ਗੋ ਜੁਗ ਅਟਲ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਹਜ਼ੂਰੀ ਅੰਦਰ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਖਤੇ ਜਿਗਰ ਸਾਹਿਬਜ਼ਾਦਿਆਂ, ਤਿੰਨ ਪਿਆਰਿਆਂ ਤੇ ਹੋਰ ਸਿੰਘਾਂ ਦੀ ਸ਼ਹਾਦਤ ਨੂੰ ਮੁੱਖ ਰੱਖ ਕੇ ਗੁਰੂ ਚਰਨਾਂ ਵਿੱਚ ਇਕੱਤਰ ਹੋਈ ਗੁਰੂ ਰੂਪ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਮਨ ਬਿਰਤੀਆਂ ਜੋੜੀਏ। ਮਨ ਦੀ ਇਕਾਗਰਤਾ ਵਾਸਤੇ, ਲੋਕ ਪਰਲੋਕ ਸਫਲਾ ਕਰਨ ਵਾਸਤੇ ਕਲਗੀਧਰ ਪਿਤਾ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਮੈਂ ਬੜੇ ਥੋੜ੍ਹੇ ਜਿਹੇ ਸਮੇਂ ਵਾਸਤੇ 20-25 ਮਿੰਟ ਵਾਸਤੇ ਆਪ ਜੀ ਦੇ ਨਾਲ ਅੱਜ ਦੇ ਦਿਹਾੜੇ ਦਾ ਇਤਿਹਾਸ ਵਿਚਾਰਨਾ ਚਾਹਾਂਗਾ। ਕੱਲ੍ਹ ਆਪਾਂ ਵਿਚਾਰ ਕੀਤੀ ਸੀ ਸੰਖੇਪ ਤੌਰ 'ਤੇ। ਹੁਣ ਅਸੀਂ ਲੜੀਵਾਰ ਵਿਸਤਾਰ ਦੇ ਨਾਲ ਵਿਚਾਰ ਕਰਾਂਗੇ ਜੰਗ ਚਮਕੌਰ ਦੀ, ਫਿਰ ਸਰਹੰਦ ਦਾ ਸਾਕਾ ਸਾਰਾ ਆਪ ਦੇ ਨਾਲ ਵਿਚਾਰਾਂਗੇ। ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬੁੱਧੀ ਚੰਦ ਰਾਵਤ ਦੀ ਹਵੇਲੀ ਦੇ ਵਿੱਚ ਐਂਟਰ ਹੁੰਦੇ ਹਨ ਤੇ ਉੱਥੇ ਦੀ ਮਿੱਟੀ ਨੂੰ ਤੀਰ ਦੀ ਨੋਕ ਨਾਲ ਲਾਹ ਕੇ ਹੱਥ ਤੇ ਪਾ ਕੇ ਤੱਕਦੇ ਹਨ ਤੇ ਸਿੰਘ ਪੁੱਛਦੇ ਹਨ, ਦਤਾਰ ਪਿਤਾ, ਇਸ ਮਿੱਟੀ ਦੇ ਵਿੱਚ ਕੁਝ ਖਾਸ ਹੈ? ਸਤਿਗੁਰ ਜੀ ਆਖਦੇ, ਮਿੱਟੀ ਦੱਸ ਦਿੰਦੀ ਹੈ ਹਾਲ ਇੱਥੇ ਦਾ ਬਿਆਨ ਕਰਕੇ। ਇਹ ਖਾਸ ਜਗ੍ਹਾ ਹੈ। ਆਪਾਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਜਿੱਥੋਂ ਸਾਡੇ ਯੋਧਿਆਂ ਨੂੰ 1.25 ਲੱਖ ਦੇ ਨਾਲ ਲੜਨ ਦੇ ਸਰਟੀਫਿਕੇਟ ਪ੍ਰਾਪਤ ਹੋਣੇ ਹਨ। ਇਹ ਉਹ ਜਗ੍ਹਾ ਹੈ। ਕਲਗੀਧਰ ਪਿਤਾ ਨੇ ਸਾਰੀਆਂ ਸੰਗਤਾਂ ਨੂੰ ਆਰਾਮ ਕਰਨ ਵਾਸਤੇ ਆਖਿਆ ਕਿ ਸਵੇਰ ਹੋਣ 'ਤੇ ਜੰਗ ਲੜੀ ਜਾਏਗੀ, ਬੜਾ ਘਮਸਾਨ ਦਾ ਯੁੱਧ ਹੋਏਗਾ। ਬਾਪੂ ਅੱਲਾ ਯਾਰ ਖਾਂ ਜੋਗੀ ਆਖਦਾ ਹੈ, ਕੁਛ ਲੇਟ ਗਏ ਖਾਕ ਪੇ ਜੀ ਪੋਸ਼ ਵਿਛਾ ਕਰ। ਜੀ ਪੋਸ਼ ਹੁੰਦਾ ਜਿਹੜਾ ਘੋੜੇ ਦੀ ਕਾਠੀ ਦੇ ਥੱਲੇ ਪਤਲਾ ਜਿਹਾ ਕੱਪੜਾ ਹੁੰਦਾ, ਕੁਛ ਉਹ ਵਿਛਾ ਕੇ ਜ਼ਮੀਨ 'ਤੇ ਸੌਂ ਗਏ। ਪਹਿਰਾ ਲੱਗੇ ਦੇਨੇ ਕਈ ਤਲਵਾਰ ਉਠਾ ਕਰ। ਇਹ ਪਹਿਰਾ ਦੇਣ ਵਾਲਿਆਂ 'ਚ ਪਤਾ ਕਿਹਨਾਂ ਦਾ ਨਾਂ ਆਉਂਦਾ? ਮਦਨ ਸਿੰਘ ਤੇ ਕਾਠਾ ਸਿੰਘ ਦੋ ਭਰਾ ਹੋਏ ਹਨ, ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਆਏ। ਸਤਿਗੁਰ, ਅੱਜ ਦੀ ਰਾਤ ਦਾ ਪਹਿਰਾ ਅਸੀਂ ਦੇਵਾਂਗੇ, ਕਿਉਂਕਿ ਕਲਗੀਧਰ ਪਾਤਸ਼ਾਹ ਨੇ ਸਿੰਘਾਂ ਨੂੰ ਕਿਹਾ ਸੀ, ਅੱਜ ਤੁਸੀਂ ਸਾਰੇ ਸੌਂ ਜਾਓ, ਬੜਿਆਂ ਦਿਨਾਂ ਦੇ ਥੱਕੇ ਹੋ, ਅੱਜ ਅਸੀਂ ਆਪ ਪਹਿਰਾ ਦੇਵਾਂਗੇ। ਕਿਹੋ ਜਿਹਾ ਸਮਾਂ ਹੋਏਗਾ ਕਿ ਜਦੋਂ ਦੁਨੀਆ ਦਾ ਰਹਿਬਰ ਆਪ ਆਖਦਾ ਹੋਏਗਾ ਕਿ ਮੈਂ ਤੁਹਾਡੀ ਜਗ੍ਹਾ ਪਹਿਰਾ ਦੇਵਾਂਗਾ, ਤੁਸੀਂ ਸੌਂ ਜਾਓ। ਪਰ ਮਦਨ ਸਿੰਘ ਤੇ ਕਾਠਾ ਸਿੰਘ ਨੇ ਇਹ ਸੇਵਾ ਮੰਗ ਕੇ ਲਈ, ਮਹਾਰਾਜ ਅੱਜ ਅਸੀਂ ਦਰਵਾਜ਼ੇ ਦਾ ਪਹਿਰਾ ਦੇਵਾਂਗੇ। ਗੋਬਿੰਦ ਵੀ ਸ਼ਾਬਾਸ਼ ਹੁਏ ਖੈਮਾ ਮੇ ਜਾ ਕਰ। ਜਿਸ ਜਗ੍ਹਾ ਗੁਰੂ ਗੋਬਿੰਦ ਸਿੰਘ ਦਾ ਆਸਣ ਸਿੰਘਾਂ ਨੇ ਘੋੜਿਆਂ ਦੀਆਂ ਕਾਠੀਆਂ ਜੋੜ ਕੇ ਤਿਆਰ ਕੀਤਾ ਸੀ ਨਾ, ਉੱਥੇ ਜਾ ਕੇ ਸਤਿਗੁਰ ਵੀ ਕੁਝ ਦੇਰ ਵਾਸਤੇ ਬੈਠ ਗਏ। ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ। ਗਰਦਨ ਝੁਕਾ ਕੇ ਮਤਲਬ ਇਹ ਨਹੀਂ ਕਿ ਮਲਾਲ ਵਿੱਚ, ਗਰਦਨ ਝੁਕਾ ਕੇ ਇਹ ਨਹੀਂ ਕਿ ਮੇਰੇ 2 ਪੁੱਤਰ ਵਿਛੜ ਗਏ, ਮੇਰੀ ਮਾਂ ਵਿਛੜ ਗਈ, ਮਹਿਲ ਵਿਛੜ ਗਏ, ਕਿਉਂਕਿ ਸਰਸਾ ਤੇ ਪਰਿਵਾਰ 3 ਹਿੱਸਿਆਂ 'ਚ ਵੰਡਿਆ ਗਿਆ ਸੀ। ਦੇਖਣ ਵਾਲਿਆਂ ਕੀ ਦੇਖਿਆ? ਵਾਹਿਗੁਰੂ 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 ਹੈ ਮੂੰਹ ਸੇ ਨਿਕਲਤਾ ਹੈ, ਤੂੰ ਹੀ ਤੂੰ, ਤੂੰ ਹੀ ਤੂੰ ਹੈ, ਤੂੰ ਹੀ ਤੂੰ ਮੂੰਹ ਸੇ ਨਿਕਲਤਾ। ਉਸ ਪਰਮਾਤਮਾ ਦਾ ਸ਼ੁਕਰਾਨਾ ਹੀ ਕਰਦੇ ਪਏ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਆਪਣੇ ਸਿੰਘਾਂ ਨੂੰ ਆਖਦੇ ਹਨ, ਜਿਸ ਖਿੱਤੇ ਮੇਂ ਹਮ ਕਹਤੇ ਥੇ ਆਨਾ ਜੇ ਵੋਹੀ ਹੈ, ਕੱਲ ਲੂਟ ਕੇ ਜੇ जगह से जाना जे वही है, जिस जगह पे बच्चों को कटाना जे वही है, मट्टी कह देती है ठिकाना जे वही है। ਇਹ ਮੋਰਚੇ में फिर जहीं सरकार दरियाई, जा पहुँचे अकाली वहीं सतगुर जिधर आए। जिधर सतगुर जान सेवादार पिछे पिछे तुरे फिरना।
जद उतरी किले में पहुँच के सतगुरु की सवारी, गज के सी फतेह शेरां दलेरां ने उचारी। शेरां दी गरज वर्गी आवाज़ भी सी भारी, कंब उठिया सी चमकौर होई हलचल सी भारी। खमोश खुदाई सी ते हैरान जमाना सी। मैं आप नाल अखरी विचार कर लवां। रात दा समा ऐसा सी जदों सारे बराजे होए सन, सुते होए सन, ते गुरु गोबिंद सिंह साहब महाराज अपने खेमे चों बाहर निकल आउंदे हन। हुण बाहर निकल के की करदे हन? सतगुरु महाराज जी अपने ਸਿੰਘਾਂ ਦੇ सिर ठीक करते हैं। जब 1.5 घड़ी रात गई जिक्र खुदा में। एक घर ਦਾ ਜੀ ਵਿਛੜ ਜਾਵੇ ਤੇ ਨੀਂਦ ਨਹੀਂ ਆਉਂਦੀ ਬੰਦੇ ਨੂੰ। सारा परिवार विछड़ गया। जब 1.5 घड़ी रात गई जिक्र खुदा में, खैमा से निकल आए सरकार हवा में। क्योंकि पोह दियां ककरीलियां रातां सी, हवा चलदी सी। कदमों से टहलते थे मगर दिल था दीवा में। बोले ऐ खुदा वंद हूँ खुश तेरी रजा में। करतार से कहते थे गोया रूबरू होकर, कल जाऊंगा करतार चमकौर से मैं सुरखरू होकर। कहते कल मैं चमकौर तो सुरखरू होके जाऊंगा। ਇਹਦਾ मतलब ਹੁਣ तक सतगुर सुरखरू नहीं सी। सुरखरू किस गल तो आंदे? ਜਿਹੜਾ कवि ने लिखिया है कि गुरु गोबिंद सिंह महाराज आखदे हन, ਢਹਿੰਦੇ देश ਦਾ ਜਦੋਂ सहारा नहीं सी। ਜਦੋਂ औरंगजेब ਕਹਿੰਦਾ ਸੀ अलग-अलग ਧਰਮਾਂ ਦਾ ਗੁਲਦਸਤਾ ਤੈਸ਼ ਨੈਸ਼ ਕਰ ਦੇਣਾ, ਇੱਕ ਇਸਲਾਮ ਦਾ ਹੀ ਬੋਲਬਾਲਾ ਰੱਖਣਾ, ਉਦੋਂ ਕਲਗੀਧਰ ਪਿਤਾ ਨੇ ਕੀ ਕੀਤਾ? ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, पिता देश तो वारिया मैं। पुत्र 4 जे दिते सी परमात्मा ने, जोड़ा जोड़ा करके वारिया मैं। माता गुजरी सरहंद दे विच गुजरी, समा गुजारिया जिवें गुजारिया मैं। पुत्र 4 जे दिते सी परमात्मा ने, जोड़ा जोड़ा करके वारिया मैं। ओ ਸਿੰਘੋ शहनशाह ना कहो मैनू, किस्तां नाल करज उतारिया मैं। ਸਿੰਘੋ शहनशाह ना कहो मैनू, किस्तां नाल करज उतारिया मैं। सतगुर कहंदे मैं ते करजा किस्तां ना लाया। 4 पुत्र करजा सी परमात्मा दा, पर मैनू शहनशाह ना कहो। किस्तां ना करजा तारन वाला शहनशाह नहीं होंदा। निमरता किहो जी कलगीधर पिता दे अंदर, सबर किहो जिहा गुरु गोबिंद सिंह महाराज दे अंदर। असीं ते गुरु गोबिंद सिंह दा नाम सुणदे ही पता की सोचदे हां? जिहड़ी बाहर तस्वीर लगी ना सतगुरां दी घोड़े ते, बस ऐदां ही होणगे गुरु गोबिंद सिंह। जिधर नूं जांदे होणगे दुश्मन दे आहो ही लाई जांदे होणगे। नहीं गुरमुखो, गुरु कलगीधर पातशाह 13-13 घंटे तू ही दी धुनी लगाउण वाले हन पौंटा साहिब दी धरती ते। गुरु गोबिंद सिंह साहब आखदे मैं जंग नहीं सी लड़ना चाहुंदा, मैं किरपान नहीं सी चुकना चाहुंदा। औरंगजेब नूं जफरनामे 'च लिखदे हन कि तेरियां सिपाहियां ने मैनू मजबूर कर दिता हथियार उठाउण वास्ते, नहीं तो असीं ते शांति लोड़दे हाँ। चूंकर आज हमा हीलते दर गुजस्त। जदों किते दुश्मन चढ़ के आउंदा ना, सतगुर कहंदे असीं कहने जा चलिया जा, की लेना खून खराबा करके। कहंदे फिर जदों नहीं मनदा, हलाल अस्त बुरदन बा शमशीर दस्त। फिर असीं शमशीर म्यानों धोने ते गर्दन हलाल करके रख दिंने हाँ। उस परमात्मा नूं आखदे हन मैं तेरा हूँ, बच्चे भी मेरे तेरे हैं मौला। थे तेरे ही है तेरे रहेंगे तेरे दाता।
जिस हाल में रखे तू वही हाल है अच्छा। जुझ शुक्र के आने का जुबा पर नहीं शिकवा, लेटे हुए हैं खालसा जी अज जिमी पर। किस तरह से चैन आए हमें शाही नसी पर। कहते मेरे खालसे जमीन ते लेटे आ, मैनू शाही बिस्तरा लगा के दिता सिखा ने घोड़ियां दियां काठियां जोड़ के। हे अकाल पुरख मैनू किवें नींद आवे जेदे बच्चे जमीन ते लेटे होण। फिर की करदे हन, साफे कभी सिंगों के उठाते ते जिमी से, केस जो झाड़े तोली खाक उसकी जिमी से जबी से। सर ठीक किए सर के हुए बाल सजी के, तरतीब दी हर चीज को ला ला के कहीं से। जिथों कुछ मिलिया लिया के सिर थले सराणे दे तौर ते कपड़ा रखिया उन्हां दे, इधरों लिया के उधरों लिया के। बादशाह किसी मुर्शद में इशार नहीं है, ये प्यार किसी पीर में जिनहार नहीं है। गुरु गोबिंद सिंह महाराज ने सारिਆਂ ਨੂੰ ठीक ਕੀਤਾ। इत्थों तक कवि कहता कि कदे किसी का मत्था चुम्या, कदे सिर चुम्या, ते जदों पैरां वल गए 35 गए तो पैर चूमने बैठे, पैर भी चुमे गुरु गोबिंद सिंह ने। मैं तुहानूं लैके चलां कल वाले दिन ते जदों अमृत वेला होया, जंग दे मैदान का नगारा वज्जिया ना, जिहड़ा इतिहास मैं कल आप नाल विचारिया वो नहीं मैं दोहराउणा। जदों नगारा वज्जिया ना ते 2 जथे बाहर गए, किले का दरवाज़ा खुलिया ते कलगीधर पातशाह जी उपर जाके ममटी ते पहुँच जाते हैं। जदों सिंह शहीद होंदे ते जंकारियां दी गूंज नाल गड़ी हिला दिंदे हन। जिधर दुश्मन भारू पैंदा उधर तीरां दी बरसात उपरों ममटी तो करते हैं। हुण इधर 2 जथे गए, एक नौजवान गभरू मुछफुट जवान आ गया 17 साल का, हाथ जोड़ के आख्या पिता जी वाहिगुरु जी का खालसा वाहिगुरु जी की फतेह। ए सी बाबा अजीत सिंह, सतगुर कृपा करो, जो गुरु पिता वल बाहां उठ के आईयां मैं वो भननियां चाहुंदा हाँ, मैं जंगे मैदान जूंझ के शहीद होना चाहुंदा हाँ। ते गुरु गोबिंद सिंह साहब महाराज ने आख्या 10 लाख का घेरा अजीत सिंह मुकाबला कर लेगा, लड़ लेगा। ते सतगुरां दे इस लखते जिगर ने आख्या नाम का अजीत हूँ, जीता नहीं जाऊँगा, जीता गया ते जीता हुआ वापस नहीं आऊँगा। तुसी मेरा नाम अजीत रखिया सी भंगाणी दा युद्ध जित के, उदों बाबा जी का उत्थे प्रकाश होया सी बाबा अजीत सिंह का, ते सतगुर ने कहा सी बड़ी वड्डी जित होई, दा नाम अजीत रख दिओ। कहंदे दुश्मन तो नहीं जित्या जावांगा, जे जित लिया तो जिउंदा होया वापस नहीं आवांगा, शहादत का जाम पीवांगा। जथा लैके चलिया बाबा अजीत सिंह, दरवाज़ा खुलिया, कलगी लगी वेख के एकदम दुश्मन ने आख्या ये गोबिंद का लखते जिगर जे, ये गोबिंद का फरजंद जे बच के ना जाए। बाबा अजीत सिंह इतिहास जिक्र आउंदा 3 शस्त्रां दे नाल जोधा लड़िया। पहला तीर कमान दे पत्थे चों तीर खत्म होए, कईयां नूं मौत दे घाट उतारिया। फिर बाबा अजीत सिंह जी ने अपनी म्यान चों शमशीर धोई ते लड़दियां लड़दियां इत्थे पहली बार इतिहास च ऐसा होया कि जदों शस्त्र थक गए, जोधे थकदे सुने शस्त्र थकदे नहीं सी सुने, ते तलवार जिहड़ी सी जदों कुंडी हो गई ते अंत नूं वो भी मुठ दे कोलों झड़ के हेठां डिग पई। फिर नेजा धोया, लड़दियां लड़दियां एक पठान दी छाती च गड्डिया ते नेजा भी टुट गया। फिर चारे पासियां तो घेर के बाबा अजीत सिंह जी नूं शहीद किया गया। बाबा अजीत सिंह की शहादत हुई तो गुरु गोबिंद सिंह साहब महाराज ने 5 जंकारे लाए, तो जदों ममटी तो हेठां आए तो 15 साल का नौजवान खड़ा है। पिता जी
ਤੁਸੀਂ ਘੋੜ ਸਵਾਰੀ ਸਿਖਾਈ ਤੇ ਇਕੱਠਿਆਂ ਨੂੰ ਸ਼ਸਤਰ ਵਿੱਦਿਆ ਸਿਖਾਈ, ਇਕੱਠਿਆਂ ਨੂੰ ਵਸਤਰ ਲਿਆ ਕੇ ਦਿੰਦੇ ਇੱਕੋ ਜੇ, ਘੋੜੇ ਲਿਆ ਕੇ ਦਿੰਦੇ ਦੋਵਾਂ ਨੂੰ, ਇਕੱਠਿਆਂ ਨੂੰ ਲਿਆ ਕੇ ਦਿੰਦੇ ਜੇ। ਅੱਜ ਵਿਤਕਰਾ ਕਿਉਂ ਕੀਤਾ? ਸ਼ਹਾਦਤ ਲਈ ਵੀਰ ਨੂੰ ਤੋਰਿਆ ਤੇ ਸਾਨੂੰ ਕਿਉਂ ਨਹੀਂ ਤੋਰਿਆ ਨਾਲ? भाई से विसर कर हमें जीना नहीं आता, खाना पीना सोना नहीं बाता। हुण भाई दी शहादत दा बदला लेना है, हुण किरपा करो थापड़ा दिओ। उस समय एकदम फौजां च हलचल मच गई। भाई दया सिंह ने एकदम ਸਿੰਘਾਂ ਨੂੰ ਇਕੱਠਿਆਂ ਕੀਤਾ ਤੇ ਬੇਨਤੀ ਕੀਤੀ, ਕਲਗੀਧਰ ਪਿਤਾ ਇਹ ਕੁੱਲ ਤੇ ਪੁੱਤਰਾਂ ਨਾਲ ਚੱਲਦੀ ਆ, ਦੋਵਾਂ ਦਾ ਪਤਾ ਨਹੀਂ ਸਰੀਰ ਕਰਕੇ ਹੈ ਕਿ ਨਹੀਂ ਹੈ। ਤੇ ਇੱਕ ਸਾਹਮਣੇ ਸ਼ਹਾਦਤ ਪੀ ਗਿਆ, ਇੱਕ ਪੁੱਤਰ ਬਚਿਆ ਕੋਲ, ਇਹਨੂੰ ਲੈ ਕੇ ਗੜੀ ਚੋਂ ਇਸੇ ਵਕਤ ਨਿਕਲ ਜਾਓ ਤੇ ਸਤਿਗੁਰੂ ਜੀਓ ਅਸੀਂ ਅੰਤਮ ਸਵਾਸਾਂ ਤੱਕ ਲੜਾਂਗੇ। ਤੇ ਗੁਰੂ ਗੋਬਿੰਦ ਸਿੰਘ ਨੇ ਆਖਿਆ, ਦਇਆ ਸਿੰਘਾ ਬੜੀ ਵਧੀਆ ਗੱਲ ਦੱਸੀ ਆ, ਇਉਂ ਕਰ ਜਿੰਨੇ ਕੁ ਸਿੰਘ ਸਾਰਿਆਂ ਨੂੰ ਇਕੱਠੇ ਕੀਤਾ। ਗੁਰੂ ਸਾਹਿਬ ਨੇ ਆਖਿਆ, ਦਇਆ ਸਿੰਘ ਕਹਿੰਦਾ ਕੁੱਲ ਪੁੱਤਰਾਂ ਨਾਲ ਚੱਲਦੀ ਆ, ਇੱਕ ਪੁੱਤ ਨੂੰ ਲੈ ਕੇ ਨਿਕਲ ਜਾਓ, ਪਰ ਤੁਸੀਂ ਸਾਰੇ ਦੱਸੋ ਤੁਸੀਂ ਮੇਰੇ ਪੁੱਤ ਨਹੀਂ ਹੋ? ਤੁਸੀਂ ਹੱਥ ਖੜਾ ਕਰਕੇ ਕਹਿ ਦਿਓ ਅਸੀਂ ਤੁਹਾਡੇ ਪੁੱਤਰ ਨਹੀਂ ਤੇ ਦਾਤਾ ਤੂੰ ਮੇਰਾ ਪਿਤਾ ਨਹੀਂ, ਤੇ ਮੈਂ ਜੁਝਾਰ ਸਿੰਘ ਨੂੰ ਲੈ ਕੇ ਨਿਕਲ ਜਾਣਾ। ਪਰ ਉਸ ਸਮੇਂ ਤੇ ਨੀਵੀਆਂ ਪੈ ਗਈਆਂ। ਪਰ ਅੱਜ ਨਾਈਆਂ ਦੀਆਂ ਦੁਕਾਨਾਂ ਤੇ ਜਾ ਕੇ ਜਦੋਂ ਦਾੜੇ ਕੇਸ ਕਤਲ ਕਰਾਉਨੇ ਨਾ, ਉਦੋਂ ਅਸੀਂ ਦੱਸ ਦਿੰਨੇ ਦਾਤਾ ਤੂੰ ਸਾਡਾ ਨਹੀਂ, ਅਸੀਂ ਤੇਰੇ ਨਹੀਂ, ਕਿਉਂਕਿ ਅਸੀਂ ਤੇਰੇ ਵਰਗੇ ਬਣ ਨਹੀਂ ਸਕੇ, ਅਸੀਂ ਕੋਸ਼ਿਸ਼ ਨਹੀਂ ਕੀਤੀ ਬਣਨ ਦੀ। ਉਦੋਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਲਖਤੇ ਜਿਗਰ ਨੂੰ ਜਥਾ ਦੇ ਕੇ ਤੋਰਿਆ। 15 ਸਾਲਾਂ ਦਾ ਨੌਜਵਾਨ, ਸਿੱਖਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਭੱਜ ਕੇ ਗੁਰੂ ਗੋਬਿੰਦ ਸਿੰਘ ਨੇ ਆਪ ਦਰਵਾਜ਼ਾ ਖੋਲ੍ਹਿਆ ਤੇ ਆਪਣੇ ਲਖਤੇ ਜਿਗਰ ਨੂੰ ਜਦੋਂ ਬਾਹਰ ਤੋਰਿਆ, ਪੁੱਛਿਆ ਜੁਝਾਰ ਸਿਆਂ ਲੜ ਲੇਗਾ? ਕਹਿੰਦੇ ਪਿਤਾ ਜੀ ਲੜਨਾ ਨਹੀਂ ਆਤਾ तो मरना तो आता, शीस तेग ते रख के कटवाना तो आता है। पिता जी मैं भाई दी लाश तो अगां जाके शहादत पाउणा चाहुंदा। गुरु पिता कहंदे ਅਸੀਂ ਤੈਨੂੰ ਤੇਰੇ ਭਾਈ ਦੀ ਜਿੱਥੇ ਲਾਸ਼ ਡਿੱਗੀ ਉੱਥੇ ਤੱਕ ਤੀਰਾਂ ਦੀ ਛਾਂ ਹੇਠ ਤੋਰਾਂਗੇ। ਜਦੋਂ ਤੀਰਾਂ ਦੀ ਬਰਸਾਤ ਕਰਦੇ ਉੱਪਰ ਨੂੰ ਚੜ੍ਹੇ ਨਾ ਜਦੋਂ ਮਮਟੀ ਨੂੰ, ਭਾਈ ਦਇਆ ਸਿੰਘ ਇੱਕਦਮ ਅਗਲਵੰਡੀ ਹੋ ਗਏ। ਮਹਾਰਾਜ ਉੱਪਰ ਕਿਉਂ ਜਾ ਰਹੇ ਹੋ? ਮਹਾਰਾਜ ਮਮਟੀ ਤੇ ਹੁਣ ਨਾ ਜਾਇਓ। ਵੈਰਾਗ ਸੀ ਸਾਰੇ ਖਾਲਸੇ ਦੇ ਅੰਦਰ। ਇੱਕ ਪੁੱਤ ਸ਼ਹੀਦ ਹੋ ਗਿਆ, ਦੂਜਾ ਵੀ ਤੁਰ ਪਿਆ ਤੇ ਦੋਵਾਂ ਦਾ ਪਤਾ ਨਹੀਂ ਹੈ। ਸਾਰਾ ਪਰਿਵਾਰ ਹੀ ਸਤਿਗੁਰਾਂ ਦਾ ਸ਼ਹਾਦਤ ਪਾ ਗਿਆ। ਇਉਂ ਲੱਗਦਾ ਸੀ ਕਹਿੰਦੇ ਉੱਪਰ ਨਾ ਜਾਓ, ਕਿਉਂਕਿ ਇਤਿਹਾਸ ਗਵਾਹ ਹੈ ਸਾਡੇ ਕੋਲ। ਇਹ ਤੇ ਧੰਨ ਧੰਨ ਗੁਰੂ ਰਾਮਦਾਸ ਦੀ ਕੁੱਲ ਹੈ, ਜਿਹੜੀ ਕੁੱਲ 'ਚ ਸਾਰੇ ਹੀ ਰਹਿਬਰ ਹੋਏ ਆ, ਹੈ ਸਾਰੇ ਸਤਿਕਾਰਯੋਗ। ਪਰ ਮੈਂ ਕਈ ਵਾਰ ਜ਼ਿਕਰ ਕਰਦਾ ਹੁੰਨਾ, ਮੈਂ ਤ੍ਰੇਤੇ ਯੁੱਗ ਦਾ ਇਤਿਹਾਸ ਜਦੋਂ ਤੱਕਦਾ ਨਾ, ਸ੍ਰੀ ਰਾਮਚੰਦਰ ਜੀ ਦੀ ਬਹੁਤ ਵੱਡੀ ਕੁਰਬਾਨੀ ਆ, ਜਿਨ੍ਹਾਂ ਨੇ ਮਤਰੇਈ ਮਾਂ ਦੇ ਕਹਿਣ 'ਤੇ 14 ਸਾਲ ਦਾ ਬਨਵਾਸ ਸਵੀਕਾਰ ਕਰ ਲਿਆ। ਅੱਜ ਤੇ ਅਸੀਂ ਬਿਰਧ ਆਸ਼ਰਮ ਬਣਾ ਰੱਖੇ ਆ, ਅੱਜ ਤੇ ਮਾਤਾ ਪਿਤਾ ਨੂੰ ਆਸ਼ਰਮਾਂ ਦੇ ਵਿੱਚ ਸੁੱਟ ਰੱਖਿਆ ਹੈ। ਪਰ ਫਿਰ ਵੀ ਕਿਤੇ ਨਾ ਕਿਤੇ ਕਿਸੇ ਕੁੱਲ 'ਚ ਸਾਰੇ ਰਹਿਬਰ ਨਹੀਂ ਹੋਏ। ਜਦੋਂ ਤ੍ਰੇਤੇ ਯੁੱਗ ਦੇ ਅਵਤਾਰ ਗਏ ਨਾ ਬਨਵਾਸ ਲਈ 14 ਸਾਲ ਦੇ, ਭਾਵੇਂ ਪਤਾ ਸੀ ਕਿ ਵਾਪਸ ਵੀ ਪਰਤ ਕੇ ਆ ਸਕਦੇ ਆ, ਇਹ ਪਤਾ ਸੀ ਆਸ ਸੀ 14 ਸਾਲ ਬਾਅਦ ਆ ਹੀ ਜਾਣਾ। ਰਾਜਾ ਦਸ਼ਰਥ ਵੀ ਭੱਜਿਆ ਸੀ ਇੱਕਦਮ ਕਿਲੇ ਦੀਆਂ ਪੌੜੀਆਂ ਚੜ੍ਹਨ ਵਾਸਤੇ। ਹੁਣ ਜਰਾ ਵੇਖਿਓ, ਉਧਰ ਪੱਕਾ ਕਿਲਾ ਸੀ, ਇੱਧਰ ਕੱਚੀ ਗੜੀ ਸੀ। ਉਧਰ ਬਾਕੀ ਪੁੱਤ ਬੈਠੇ ਹੋਏ ਸੀ, ਇੱਧਰ ਬਾਕੀ ਪੁੱਤ, ਇੱਕ ਸਾਹਮਣੇ ਸ਼ਹਾਦਤ ਪਾ ਗਿਆ, ਦੂਜਾ ਚੱਲਿਆ ਸੀ, ਦੋਵਾਂ ਦਾ ਪਤਾ ਨਹੀਂ ਸੀ। ਪਿਤਾ ਜੀ ਪਹਿਲਾਂ ਸ਼ਹਾਦਤ ਪਾ ਗਏ ਸੀ, ਮਾਤਾਵਾਂ ਵਿਛੜ ਚੁੱਕੀਆਂ ਸਨ। ਇੱਧਰ ਵੀ ਗੁਰੂ ਗੋਬਿੰਦ ਸਿੰਘ ਭੱਜ ਕੇ ਪੌੜੀਆਂ ਚੜ੍ਹ ਰਹੇ ਕੱਚੀ ਗੜੀ ਦੀਆਂ, ਉਧਰ ਰਾਜਾ ਦਸ਼ਰਥ ਵੀ ਚੜ੍ਹ ਰਿਹਾ। ਫਰਕ ਇਹਨਾਂ, ਉਧਰ ਰਾਜੇ ਦਸ਼ਰਥ ਦਾ ਆਪਣਾ ਕਿਲਾ ਹੈ, ਇੱਧਰ ਕਿਸੇ ਦਾ ਭੇਟ ਕੀਤਾ ਹੋਏ ਕੱਚੀ ਗੜੀ ਹੈ। ਫਰਕ ਇਹਨਾਂ, ਉਧਰ ਪੁੱਤਰ 14 ਸਾਲ ਲਈ ਜਾ ਰਿਹਾ, ਇੱਧਰ ਪੁੱਤਰ ਸਦਾ ਲਈ ਜਾ ਰਿਹਾ ਹੈ। ਉਧਰ ਹੋਰ ਪੁੱਤਰ ਬੈਠੇ, ਇੱਧਰ ਇੱਕੋ ਉਹ ਵੀ ਜਾ ਰਿਹਾ। ਫਰਕ ਇਹਨਾਂ, ਉਧਰ ਰਾਜਾ ਦਸ਼ਰਥ ਧਾਹਾਂ ਮਾਰਦਾ ਚੜ੍ਹਦਾ ਜਾ ਰਿਹਾ, ਇੱਧਰ ਗੁਰੂ ਗੋਬਿੰਦ ਸਿੰਘ ਜੰਕਾਰਿਆਂ ਦੀ ਗੂੰਜ ਨਾਲ ਚੜ੍ਹਦੇ ਜਾ ਰਹੇ ਹਨ। ਤੇ ਉੱਪਰ ਜਾ ਕੇ ਆਪਣੇ ਲਖਤੇ ਜਿਗਰ ਨੂੰ ਤੀਰਾਂ ਦੀ ਛਾਂ ਹੇਠ ਅਗਾਂਹ ਤੋਰਿਆ। ਤੇ ਜਿੱਥੇ ਬਾਬਾ ਅਜੀਤ ਸਿੰਘ ਦੀ ਲਾਸ਼ ਪਈ ਸੀ ਨਾ,
ਉੱਥੋਂ ਬਾਬਾ ਜੁਝਾਰ ਸਿੰਘ ਨੇ ਜੰਗ ਸ਼ੁਰੂ ਕੀਤੀ। ਕਿਹਾ ਸੀ ਮੈਂ ਥੋੜ੍ਹਾ ਅਗਾਂਹ ਜਾ ਕੇ ਸ਼ਹੀਦ ਹੋਵਾਂਗਾ, ਤੇ ਜਦੋਂ ਡਿੱਗਿਆ ਨਾ ਤੇ ਇੱਧਰ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜੀ ਨੂੰ 5 ਜੰਕਾਰੇ ਲਾ ਕੇ ਹਿਲਾ ਦਿੱਤਾ। ਜਦੋਂ ਰਾਜੇ ਦਸ਼ਰਥ ਦਾ ਪੁੱਤਰ ਅੱਖਾਂ ਤੋਂ ਓਲੇ ਹੋਇਆ ਨਾ ਤੇ ਉਹਨੇ ਕਿਲੇ ਤੋਂ ਛਾਲ ਮਾਰ ਕੇ ਆਪਣੇ ਪ੍ਰਾਣ ਦੇ ਦਿੱਤੇ ਸੀ। ਪਰ ਧੰਨ ਮੇਰੇ ਸ਼ਹਿਨਸ਼ਾਹ, ਜਿਹਨੂੰ ਪਤਾ ਪੁੱਤਰ ਨੇ ਵਾਪਸ ਨਹੀਂ ਹੁਣ ਆਉਣਾ, ਉਹਨੇ ਉਸ ਗੜੀ ਨੂੰ ਹਿਲਾ ਦਿੱਤਾ ਸੀ ਜੰਕਾਰਿਆਂ ਦੀ ਗੂੰਜ ਦੇ ਨਾਲ। ਜਦੋਂ ਹੇਠਾਂ ਉਤਰੇ ਨਾ, ਹੇਠਾਂ ਉਤਰਦੇ ਵਕਤ ਮੁਖ ਚੋਂ ਸ਼ਬਦ ਸੀ, ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੂੰ। ਇਹ ਦਾਤ ਸਾਨੂੰ ਚਮਕੌਰ ਦੀ ਗੜੀ ਵਿੱਚੋਂ ਮਿਲੀ ਆ। ਤੇ ਜਿਹੜਾ ਅਸੀਂ ਕਹਿੰਦੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਭੰਗਾਣੀ ਦਾ ਯੁੱਧ ਜਿੱਤਣ ਤੋਂ ਬਾਅਦ ਮਿਲੀ ਸੀ। ਇੱਥੇ ਗੁਰੂ ਗੋਬਿੰਦ ਸਿੰਘ ਨੇ ਪਹਿਲੀ ਵਾਰ ਆਖਿਆ, ਦੇਹ ਸ਼ਿਵਾ ਬਰ ਮੋਹਿ ਇਹੈ, ਹੇ ਅਕਾਲ ਪੁਰਖ ਮੈਨੂੰ ਐਸਾ ਵਰ ਦਿਓ, ਮੈਂ ਚੰਗੇ ਕੰਮ ਕਰਨ ਤੋਂ ਕਦੇ ਪਿੱਛੇ ਨਾ ਹਟਾਂ, ਨਾ ਡਰੂੰ ਅਰਸੋਂ ਜਬ ਜਾਏ ਲਰੂੰ। ਜਦੋਂ ਮੈਂ ਜੰਗੇ ਮੈਦਾਨ ਜਾਵਾਂ ਮੇਰੇ ਦਿਲ ਅੰਦਰ ਕੋਈ ਭੈ ਕੋਈ ਡਰ ਨਾ ਹੋਵੇ। ਇਹਦਾ ਮਤਲਬ ਇਹ ਨਹੀਂ ਸੀ ਗੁਰੂ ਗੋਬਿੰਦ ਸਿੰਘ ਡਰਦੇ ਸੀ, ਉਹਨਾਂ ਨੇ ਸਾਨੂੰ ਅਰਦਾਸ ਬੇਨਤੀ ਕਰਨ ਦਾ ਢੰਗ ਦਰਸਾਇਆ ਕਿ ਆਪਣੇ ਇਸ਼ਟ ਨੂੰ ਇਹ ਗੱਲ ਆਖ ਕੇ ਜਾਓ ਆਪਣੇ ਮਾਲਕ ਨੂੰ। ਇਵੇਂ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਅੰਮ੍ਰਿਤ ਬਚਨ ਹੈ ਜੈਤਸਰੀ ਰਾਗ ਦੇ ਵਿੱਚ, ਕੋਈ ਜਨ ਹਰਿ ਸਿਉ ਦੇਵੈ ਜੋਰ। ਤੇ ਕੀ ਕਹਾਂਗੇ, ਗੁਰੂ ਸਾਹਿਬ ਜੁੜੇ ਹੋਏ ਨਹੀਂ ਸੀ ਕਹਿ ਰਹੇ ਮੈਨੂੰ ਜੋੜ ਦੇ, ਉਹ ਸਾਨੂੰ ਕਹਿ ਰਹੇ ਕਿ ਇਹੋ ਜੀ ਭਾਵਨਾ ਬਣਾਓ, ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੋਂ ਬਕੋ ਸੁਭ ਰਸਨਾ। ਉਹਦੇ ਚਰਨ ਪਕੜ ਲੈ ਜੋੜਨ ਵਾਲੇ ਦੇ, ਰਸਨਾ ਨਾਲ ਧੰਨਵਾਦ ਕਰ ਉਹਦਾ, ਦੀਜੈ ਪ੍ਰਾਣ ਅਕੋਰ, ਪ੍ਰਾਣਾ ਦੀ ਭੇਟਾ ਵੀ ਦੇ ਦੇ ਜੋੜਨ ਵਾਲੇ ਨੂੰ। ਇੱਥੇ ਤੇ ਬਾਦਸ਼ਾਹ ਦਰਵੇਸ਼ ਨੇ ਸਰਬੰਸ ਵਾਰ ਕੇ ਸਾਨੂੰ ਅਕਾਲ ਪੁਰਖ ਨਾਲ ਜੋੜਿਆ, ਆਪਣੇ ਨਾਲ ਨਹੀਂ ਜੋੜਿਆ। ਅਸੀਂ ਫਿਰ ਵੀ ਨਹੀਂ ਜੁੜ ਸਕੇ, ਇਹ ਸਾਡੀ ਤਰਾਸਦੀ ਹੈ। ਜਦੋਂ ਫਿਰ ਸਤਿਗੁਰ ਨੇ ਕਿਹਾ, ਅਰ ਸਿੱਖੋ ਆਪਣੇ ਹੀ ਮਨ ਕੋਈ ਲਾਲਚ ਹੋਂ ਗੁਣ ਤੋਂ ਉਚਰੋਂ, ਮੈਂ ਆਪਣੇ ਮਨ ਨੂੰ ਇਹੋ ਹੀ ਸਿੱਖਿਆ ਦਿੰਦਾ ਰਵਾਂ, ਇਸੇ ਲਾਲਚ ਕਰਕੇ ਮੈਂ ਵਿਚਰਾਂ। ਜਦੋਂ ਅੰਤਲੀ ਪੰਕਤੀ ਆਖੀ ਨਾ, ਜਬ ਆਵ ਕੀ ਔਦ ਨਿਦਾਨ ਬਨੈ ਅਤ ਹੀ ਰਣ ਮੈਂ ਤਬ ਜੂਝ ਮਰੋਂ। ਤੇ ਭਾਈ ਦਇਆ ਸਿੰਘ ਨੇ ਫਿਰ ਵਕਤ ਵਿਚਾਰੇ ਸੋ ਬੰਦਾ ਹੋਏ ਵਾਲੇ ਸ਼ਬਦਾਂ ਅਨੁਸਾਰ ਫਿਰ ਪੂਰਾ ਉਤਰੇ। 5 ਸਿੰਘਾਂ ਨੂੰ ਲਿਆ ਖੜੇ ਕੀਤਾ ਸਾਹਮਣੇ, ਹੱਥ ਜੋੜ ਕੇ ਆਖਿਆ, ਸਤਿਗੁਰ ਜੀਓ ਮਹਾਰਾਜ ਕਿਰਪਾ ਕਰੋ, ਹੁਣ ਤੁਸੀਂ ਇਸ ਗੜੀ ਚੋਂ ਨਿਕਲ ਜਾਓ। ਮਹਾਰਾਜ ਨੇ ਕਿਹਾ ਨਹੀਂ, ਹੁਣ ਸਵੇਰੇ ਅਸੀਂ ਜੰਗੇ ਮੈਦਾਨ ਜੂਝਾਂਗੇ, ਅੱਜ ਦੇ ਦਿਨ ਰਾਤ ਦੀ ਗੱਲ ਹੈ। ਕਹਿੰਦੇ ਅਸੀਂ ਜੂਝਾਂਗੇ ਸਵੇਰੇ, ਅਸੀਂ ਮੋਰਚਾ ਫਤਿਹ ਕਰਾਂਗੇ। ਸਤਿਗੁਰਾਂ ਨੇ ਸਿੱਖਾਂ ਨੇ ਆਖਿਆ, ਮਹਾਰਾਜ ਨਹੀਂ, ਤੁਸੀਂ ਕਿਰਪਾ ਕਰੋ ਇੱਥੋਂ ਨਿਕਲ ਜਾਓ, ਤੁਸੀਂ ਤੇ ਕਈਆਂ ਨੂੰ ਇਕੱਠੇ ਕਰਕੇ ਫੌਜਾਂ ਤਿਆਰ ਕਰ ਲੋਗੇ, ਸਾਡੇ ਵਰਗੇ ਬਥੇਰੇ ਮਿਲ ਜਾਣਗੇ, ਪਰ ਤੁਹਾਡੇ ਵਰਗਾ ਗੁਰੂ ਅਸੀਂ ਕਿੱਥੋਂ ਲੱਭਾਂਗੇ। ਜਦੋਂ ਸ਼ਹਿਨਸ਼ਾਹ ਨਹੀਂ ਮੰਨੇ, ਫਿਰ ਭਾਈ ਦਇਆ ਸਿੰਘ ਨੇ ਇੱਥੇ ਗੁਰੂ ਸ਼ਬਦ ਨਹੀਂ ਵਰਤਿਆ। ਕਈ ਵੀਰ ਕਹਿੰਦੇ ਉਹਨਾਂ ਗੁਰੂ ਆਖਿਆ, ਜਦੋਂ ਗੁਰੂ ਆਖਾਂਗੇ ਫਿਰ ਅਸੀਂ ਹੁਕਮ ਨਹੀਂ ਕਰ ਸਕਦੇ। ਉਹਨਾਂ ਕਿਹਾ, ਮਹਾਰਾਜ ਅੰਮ੍ਰਿਤ ਛਕਾਉਣ ਵੇਲੇ ਤੁਸੀਂ ਕਿਹਾ ਸੀ ਮੈਂ ਖਾਲਸੇ ਦਾ ਹੁਕਮ ਮੰਨਦਾ, ਅੱਜ ਵੀ ਮੰਨਦੇ ਹੋ? ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਹੁਣ ਵੀ ਮੰਨਦਾ ਹਾਂ ਤੇ ਮੰਨਦਾ ਰਹਾਂਗਾ। ਤੇ ਫਿਰ ਆਖਿਆ, ਗੋਬਿੰਦ ਸਿੰਘ ਜੀ ਤੁਹਾਨੂੰ ਖਾਲਸਾ ਪੰਥ ਦਾ ਹੁਕਮ ਹੈ, ਤੁਸੀਂ ਹੁਣੇ ਇਸ ਗੜੀ ਨੂੰ ਛੱਡ ਜਾਓ ਤੇ ਵਿਖਰੀਆਂ ਫੌਜਾਂ ਨੂੰ ਇਕੱਠਿਆਂ ਕਰਕੇ ਜ਼ੁਲਮ ਦੇ ਖਿਲਾਫ ਜੂਝਣ ਵਾਸਤੇ ਫਿਰ ਤਤਪਰ ਹੋ ਜਾਓ। ਇੱਥੇ ਸਤਿਗੁਰਾਂ ਨੇ ਸੀਸ ਝੁਕਾ ਕੇ ਆਖਿਆ ਸੀ ਕਿ ਮੈਂ ਹੁਕਮ ਵਜਾ ਕੇ ਆ ਗਿਆ ਹਾਂ, ਮੈਂ ਖਾਲਸੇ ਦਾ ਹੁਕਮ ਮੰਨ ਕਰਕੇ ਗੜੀ ਨੂੰ ਛੱਡਿਆ ਹੈ। ਕਹਿੰਦੇ ਇਕੱਲਾ ਨਹੀਂ ਜਾਵਾਂਗਾ, 3 ਸਿੰਘ ਨਾਲ ਲੈ ਕੇ ਜਾਵਾਂਗਾ। ਤੇ ਆਪਣੇ ਸੇਵਕ ਭਾਈ ਸੰਗਤ ਸਿੰਘ ਦੇ ਮੱਥੇ ਤੇ ਕਲਗੀ ਸਜਾ ਦਿੱਤੀ, ਉੱਪਰ ਬਿਠਾ ਦਿੱਤਾ, ਤਾੜੀ ਮਾਰ ਕੇ ਸਤਿਗੁਰ ਗੜੀ ਵਿੱਚੋਂ ਨਿਕਲੇ ਸੀ। ਅਗਾਂਹ ਦਾ ਇਤਿਹਾਸ ਮੈਂ ਆਪ ਦੇ ਨਾਲ ਕੱਲ੍ਹ ਨੂੰ ਵਿਚਾਰਾਂਗਾ। ਕੱਲ੍ਹ ਤੋਂ ਆਪਾਂ 6:30 ਵਜੇ ਤੋਂ ਸ਼ੁਰੂ ਕਰ ਦਿਆ ਕਰਾਂਗੇ ਕਥਾ, 7 ਵਜੇ ਤੱਕ ਅੱਧਾ ਘੰਟਾ ਕਥਾ ਹੋਇਆ ਕਰੇਗੀ, 6 ਤੋਂ 6:30 ਤੱਕ ਰਹਿਰਾਸ ਸਾਹਿਬ ਹੋਇਆ ਕਰੇਗੀ, 6:30 ਤੋਂ 7 ਵਜੇ ਤੱਕ ਕਥਾ ਵਿਚਾਰ, 7 ਤੋਂ 7:15 ਤੱਕ ਸੁਖ ਆਸਣ ਸਾਹਿਬ ਦੀਆਂ ਸੇਵਾਵਾਂ ਹੋਇਆ ਕਰਨਗੀਆਂ। ਬਾਕੀ ਆਪ ਸੰਗਤ ਦੀ ਟ੍ਰੇਨਿੰਗ ਨੂੰ ਦੇਖਿਆ ਕਰਾਂਗੇ, ਜੇ ਅੱਗੇ ਪਿੱਛੇ ਹੋਇਆ ਕਰੇਗੀ ਥੋੜ੍ਹਾ ਬਹੁਤ ਉਸ ਹਿਸਾਬ ਨਾਲ ਕਰ ਲਿਆ ਕਰਾਂਗੇ, ਜਿਹੜਾ ਤੁਹਾਨੂੰ ਪਹੁੰਚਣ ਦਾ ਸਮਾਂ ਪ੍ਰਾਪਤ ਹੋ ਸਕੇ। ਸੋ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ 3 ਸਿੰਘਾਂ ਸਮੇਤ
गढ़ी चों ताड़ी मार के निकले सन। अज दे दिन सारे सिखां दा संस्कार बीबी हरशरण कौर ने आप कीता सी। सो वक्त जिहड़ा है इजाजत नहीं दे रहा, इन्ने क बचन करते हुए समाप्ति है। इस तो गां दा इतिहास कल विचारांगे ते इधर मुक्तसर साहब दा इतिहास आप दे नाल साझा करके ना ते फिर नाल लैके चलांगे कम्मू माशकी दी ਝੁੱਗੀ ਦੇ ਵਿੱਚ किवें माता जी साहिबजादिਆਂ ਸਮੇਤ पहुँचे, किवें गंगू ਦੇ ਪਿੰਡ पहुँचे, किवें मरिंडे थाणे पहुँचे, किवें 3 ਰਾਤਾਂ ਉਹਨਾਂ ਠੰਡੇ ਬੁਰਜ ਦੇ ਵਿੱਚ ਗੁਜ਼ਾਰੀਆਂ, किवें 3 ਪੇਸ਼ੀਆਂ ਸਾਹਿਬਜ਼ਾਦਿਆਂ ਦੀਆਂ ਹੋਈਆਂ, किवें ਉਹਨਾਂ ਨੂੰ ਨੀਹਾਂ ਵਿੱਚ ਚਿਣਿਆ ਗਿਆ, किस तरह फिर उत्थे सब तो महंगी जमीन विकी। शेख टोडर मल ने उन्हां साहिबजादियां ते माता जी का संस्कार किया, किवें मोती महरे ने दुध पिआउण की सेवा की। ये इतिहास आप दे नाल लड़ीवार विचार करांगे। इतिहास विचारदियां कोई बचन वध घट बोलिया गया होवे, गुरु रूप साध संगत ते जुगो जुग टल गुरु ग्रंथ साहिब जी महाराज बख्शण योग हैं। आप भागां वाले हो जिहड़े साहिबजादियां दी याद विच संध्या वेले जुड़ बैठे हो। कि वो दिहाड़े चल रहे हैं जिन्हां दिहाड़ियां दे विच सिख जगत विच कोई खुशी का प्रोग्राम नहीं किया जाता, कोई विआह शादी नहीं किया जाता। इन्हां दिनां दे विच ज़्यादातर लोग इन्हां दिनां दे विच बिस्तरियां ते नहीं सौंदे, पुंजे जमीन ते आसन ला के सौंदे हन कि सानूं याद रवे कि साडे गुरु साहिब दे परिवार दे उत्ते ਇਹ दिन किवें बतीत होए सन। सतगुरु कृपा करन। बुलाओ फतेह जी। वाहिगुरु जी का खालसा, वाहिगुरु जी की फतेह।